ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ NRI ਵਰਡ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਜਦੋਂ ਵੀ ਅਸੀਂ ਗੱਲ ਕਰਦੇ ਹਾਂ NRIs ਦੀ ਤਾਂ ਗੱਲ ਕਰਦੇ ਹਾਂ ਉਹਨਾਂ ਵੱਲੋਂ ਕੀਤੇ ਕੰਮਾਂ ਦੀ, ਉਹਨਾਂ ਦੀ ਅਚੀਵਮੈਂਟਸ ਦੀ, ਉਹਨਾਂ ਦੀਆਂ ਉਪਲਬਧੀਆਂ ਦੀ। ਅਜਿਹੇ ਹੀ ਇੱਕ ਸ਼ਖਸ ਨੇ ਜੈਕ ਗਿਲਨ, ਜਿਨ੍ਹਾਂ ਨੇ ਪਹਿਲਾਂ ਮਿਲਸਟ੍ਰੀਮ ਫੂਡਸ, ਫਿਰ ਹੀਰੋ ਆਟਾ ਤੇ ਹੁਣ ਹੀਰੋ ਆਟਾ ਦੇ ਤਹਿਤ ਕਈ ਹੋਰ ਪ੍ਰੋਡਕਟ ਲਾਂਚ ਕੀਤੇ ਨੇ। ਅੱਜ ਦੇ ਸੈਗਮੈਂਟ ਵਿੱਚ ਰਹੇਗੀ ਖਾਸ ਗੱਲਬਾਤ ਮਿਲਸਟ੍ਰੀਮ ਫੂਡਸ ਦੇ ਪ੍ਰੈਜ਼ੀਡੈਂਟ ਤੇ CEO ਜੈਕ ਗਿਲਨ ਦੇ ਨਾਲ। ਸਤਿ ਸ਼੍ਰੀ ਅਕਾਲ ਜੈਕ ਗਿਲਨ ਜੀ, ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ PTC ਦੇ ਨਾਲ ਜੁੜਨ ਦੇ ਲਈ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹਾਊ ਆਰ ਯੂ? ਹੈਪੀ ਨਿਊ ਈਅਰ। ਥੈਂਕ ਯੂ ਸੋ ਮਚ ਐਂਡ ਹੈਪੀ ਨਿਊ ਈਅਰ ਟੂ ਯੂ ਐਸ ਵੈਲ। ਜੈਕ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਾਫੀ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਤੁਹਾਡੇ ਪ੍ਰੋਡਕਟ ਜਿਹੜੇ ਨੇ ਉਹ ਮਾਰਕੀਟ ਵਿੱਚ ਆ ਰਹੇ ਨੇ, ਕਮਿਊਨਿਟੀ ਨਾਲ ਤੁਸੀਂ ਐਸੋਸੀਏਟਡ ਹੈਗੇ ਹੋ, ਪਹਿਲਾਂ ਮਿਲਸਟ੍ਰੀਮ ਤੇ ਹੁਣ ਹੀਰੋ ਆਟਾ। ਤੁਹਾਡੀ ਇਸ ਜਰਨੀ ਦੀ ਗੱਲ ਕਰਨਾ ਚਾਹਾਂਗੇ ਮਿਲਸਟ੍ਰੀਮ ਤੋਂ ਲੈ ਕੇ ਹੀਰੋ ਆਟਾ ਤੱਕ ਦੀ। ਐਕਚੁਅਲੀ ਜਰਨੀ ਤੇ ਸਾਡੀ ਕਾਫੀ ਲੰਬੀ ਹੈਗੀ ਆ। ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਦੈਟ ਸਾਡੇ ਫਾਦਰ ਸਾਹਿਬ ਪਹਿਲਾਂ ਇਸ ਬਿਜ਼ਨਸ ਨੂੰ ਪ੍ਰੋਪਰਾਈਟਰ ਉਹ ਹੁੰਦੇ ਸੀ, ਮਾਲਕ ਉਹ ਹੁੰਦੇ ਸੀ। ਉਹ ਤੋਂ ਪਹਿਲਾਂ ਮੇਰੇ ਦਾਦਾ ਜੀ ਸੀ। ਸਾਡੀ ਫੈਮਿਲੀ ਇੱਥੇ ਬਹੁਤ ਚਿਰਾਂ ਦੀ ਆਈ ਉਹ ਹੈਗੀ ਕੈਨੇਡਾ ਨੂੰ। 1906 ਤੋਂ ਪਹਿਲਾਂ ਦੇ ਆਏ ਸੀ ਉਹ। 1959 ਦੇ ਵਿੱਚ ਅਸੀਂ ਇਹ ਬਿਜ਼ਨਸ ਸ਼ੁਰੂ ਕੀਤੀ ਸੀ ਮਿਲਸਟ੍ਰੀਮ। ਮਿਲਸਟ੍ਰੀਮ ਦਾ ਨਾਂ ਹੈਗਾ, ਕੁਆਇਟ ਮਸ਼ਹੂਰ ਹੈਗਾ ਯੂਰਪੀਅਨ ਕਮਿਊਨਿਟੀ ਦੇ ਵਿੱਚ। ਐਂਡ ਉਹ ਨਾਂ ਦੇ ਬੇਸਿਸ ਅਸੀਂ, ਤੁਸੀਂ ਇਹ ਸੋਚੋ ਤਾਂ ਕਿਹੜੀ ਹੁੰਦੀ ਹੈ, ਦਰਾਹ ਦੇ ਉੱਪਰ ਚੌਂਪੜੀ ਹੁੰਦੀ ਹੈ, ਕਿਹੜੇ ਪਾਣੀ ਦੇ ਨਾਲ ਚੱਕੀ ਚੱਲਦੀ ਹੁੰਦੀ ਹੈ ਜਾਂ ਕੜਾਟ ਕਹਿ ਦਿੰਦੇ ਆ। ਉਹ ਕਨਸੈਪਟ ਨਾਲ, ਉਸ ਸਿਸਟਮ ਦੇ ਨਾਲ ਸਾਡਾ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਅਸੀਂ। ਹਾਲੇ ਵੀ ਉਸੇ ਸਿਸਟਮ ਦੇ ਨਾਲ ਹੀ ਕਰਦੇ ਹੈਗੇ ਆ। ਬਟ ਹੁਣ ਸਾਡੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੈਗੀ ਆ ਕਾਫੀ ਵੱਧ ਗਈ ਹੈਗੀ ਆ। ਐਂਡ ਅਸੀਂ ਮੰਨਦੇ ਸੀ ਦੈਟ ਕੋਈ ਨਾਂ ਜਾਂ ਕੋਈ ਕਹਿ ਦੇਵੋ ਇਮੇਜ ਕਿਹੜੀ ਉਹ ਆਈਡੈਂਟੀਫਾਈ ਕਰ ਸਕਣ ਸੌਖੀ, ਕਿਹੜਾ ਨਾਂ ਉਹਦਾ ਦੇ ਦਿਮਾਗ ਦੇ ਵਿੱਚ ਜਚੂਗਾ, ਉਹ ਅਸੀਂ ਨਾਂ ਹੀਰੋ ਲੱਭਿਆ। ਹਰ ਸਾਡੇ ਕਮਿਊਨਿਟੀ ਦੇ ਵਿੱਚ, ਹਰ ਘਰਾਂ ਦੇ ਵਿੱਚ, ਸਾਡੇ ਕਮਿਊਨਿਟੀ ਦੇ ਵਿੱਚ ਅਸੀਂ ਕਹਿੰਦੇ ਹੈਗੇ ਤੇ ਅਸੀਂ ਬੱਚੇ ਸਾਡੇ ਹੀਰੋ ਬਣ। ਐਂਡ ਸਾਡੇ ਬਜ਼ੁਰਗ ਹੈਗੇ ਆ ਕਿਹੜੇ ਪਹਿਲਾਂ ਇੱਥੇ ਆਏ ਸੀ ਇਸ ਕੰਟਰੀ ਤੇ, ਉਹਨਾਂ ਨੇ ਸੈਕਰੀਫਾਈਸਿਸ ਕੀਤੀਆਂ, ਕੁਰਬਾਨੀਆਂ ਕੀਤੀਆਂ ਆਪਣੀ ਫੈਮਿਲੀ ਲਈ, ਆਪਣੀ ਕਮਿਊਨਿਟੀ ਲਈ, ਆਪਣੀ ਕੌਮ ਲਈ। ਦੈਟ ਉਸ ਫੀਲਿੰਗ ਦੇ ਨਾਲ, ਉਸ ਸੈਂਟੀਮੈਂਟ ਦੇ ਨਾਲ ਅਸੀਂ ਇਹ ਨਾਂ ਕਿਹੜਾ ਹੈਗਾ ਹੀਰੋ ਸਿਲੈਕਟ ਕੀਤਾ ਸੀ। ਐਂਡ ਸੋ ਫਾਰ ਸਾਡਾ ਕਿਹੜਾ ਰਿਸਪੌਂਸ ਆਇਆ ਇਸ ਨਾਂ 'ਤੇ ਬਹੁਤ ਪੋਜ਼ੀਟਿਵ ਆਇਆ। ਸਾਡੀ ਐਕਸਪੈਕਟੇਸ਼ਨਸ ਕਿਹੜੀਆਂ ਸੀ ਉਹਨੂੰ ਅਸੀਂ ਸਰਪਾਸ, ਐਕਸੀਡ ਹੋ ਗਿਆ। ਸੋ ਵੀਆਰ ਵੈਰੀ ਹੈਪੀ। ਤੁਸੀਂ ਕਿਹਾ ਕਿ ਤੁਸੀਂ ਜਿਵੇਂ ਯੂਰਪੀਅਨ ਕੰਟਰੀਜ਼ ਵਿੱਚ ਆਲਰੇਡੀ ਤੁਹਾਡਾ ਬ੍ਰਾਂਡ ਬਹੁਤ ਫੇਮਸ ਹੈ, ਪਰ ਕੈਨੇਡਾ ਵਿੱਚ ਕਿਉਂ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਵਿੱਚ ਖਾਸ ਤੌਰ ਤੇ ਕਿਉਂ ਇੰਨਾ ਪਪੂਲਰ ਹੋ ਰਿਹਾ ਹੈ? ਕੈਨੇਡਾ ਦੇ ਵਿੱਚ ਤਾਂ ਪਾਪੂਲੈਰਿਟੀ ਵਧੀ ਜਾਂਦੀ ਹੈਗੀ ਆ ਦੈਟ ਸਾਡੀ ਕਮਿਊਨਿਟੀ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈਗੀ ਆ ਬਹੁਤ ਵੱਧ ਗਈ ਹੈਗੀ ਆ ਐਂਡ ਬਹੁਤ ਐਡਵਾਂਸ ਹੋ ਗਈ ਹੈਗੀ ਆ। ਮੈਂ ਇਸ ਕਾਫੀ ਸਾਲਾਂ ਤੋਂ ਦੇਖਦਾ ਹੈਗਾ ਦੈਟ ਹੁਣ ਮੈਂ ਤੁਹਾਨੂੰ ਆਪਣੀ ਉਹ ਪਰਸਨਲ ਸਟੋਰੀ ਦੱਸਦਾ। ਦੇ ਕਿਲੇ ਮੈਂ ਹਾਈ ਸਕੂਲ ਜਾਂਦਾ ਹੁੰਦਾ ਸੀ, +2 ਕਹਿ ਦਿੰਦੇ ਸਾਡੇ ਇੰਡੀਆ ਦੇ ਵਿੱਚ। ਸਾਡੇ 1000 ਸਟੂਡੈਂਟ ਹੁੰਦੇ ਸੀ। 1000 ਸਟੂਡੈਂਟਾਂ ਦੇ ਵਿੱਚ 2 ਹੁੰਦੇ ਸੀ ਸਾਡੇ ਪੰਜਾਬੀ, ਹਜ਼ਾਰ ਦੇ ਵਿੱਚ। ਮੈਂ ਹੁਣ 1980 ਦੀ ਗੱਲ ਕਰਦਾ ਹੈਗਾ। ਸੋ ਉਹ ਹੁਣ ਤੁਸੀਂ ਦੇਖੋ ਤਾਂ ਸਾਡੀ ਕਮਿਊਨਿਟੀ ਜਿਹੜੀ ਹੈਗੀ ਆ ਇਕੱਲੇ ਹਾਈ ਸਕੂਲਾਂ ਦੇ ਵਿੱਚ ਨੇ। ਸਾਡੀ ਕਮਿਊਨਿਟੀ ਆ ਗਈ ਹੈਗੀ ਆ ਪੋਲੀਟਿਕਸ ਦੇ ਵਿੱਚ, ਸਾਡੀ ਕਮਿਊਨਿਟੀ ਆ ਗਈ ਹੈਗੀ ਕਮਿਊਨਿਟੀ ਦੇ ਵਿੱਚ, ਕਿਹੜੀ ਹੈਗੀ ਹੈ ਬਿਜ਼ਨਸ ਕਮਿਊਨਿਟੀ ਦੇ ਵਿੱਚ। ਸਾਡੀ ਕਿਹੜੀ ਪਾਪੂਲੇਸ਼ਨ ਹੈਗੀ ਆ ਇਹ ਸਕੂਲਾਂ ਦੇ ਵਿੱਚ ਟੀਚਰਾਂ ਹੈਗੀਆਂ, ਯੂਨੀਵਰਸਿਟੀ ਦੇ ਪ੍ਰੋਫੈਸਰ ਹੈਗੇ ਆ। ਸੋ ਸਾਡੀ ਕਿਹੜੀ ਕਮਿਊਨਿਟੀ ਹੈਗੀ ਬਹੁਤ ਜਗ੍ਹਾ ਹਰ ਕੋਨੇ 'ਤੇ ਪਹੁੰਚ ਗਈ ਹੈਗੀ ਆ। ਪ੍ਰੋਫੈਸ਼ਨਲੀ, ਜਿਓਗ੍ਰਾਫਿਕਲੀ ਵੀ ਪਹਿਲਾਂ ਸਾਡੀ ਕਮਿਊਨਿਟੀ ਮੋਸਟਲੀ ਵੈਂਕੂਵਰ ਹੁੰਦੀ ਸੀ, ਟੋਰਾਂਟੋ ਹੁੰਦੀ ਸੀ। ਹੁਣ ਤੁਸੀਂ ਕਿਤੇ ਵੀ ਚੋ ਜਾਵੋ ਕੈਨੇਡਾ ਦੇ ਵਿੱਚ, ਸਾਡੇ ਪੀਪਲ ਇੰਡੀਆ ਤੋਂ ਇੱਥੇ ਹੈਗੇ ਆ। ਪਿਛਲੇ ਸਮਰ ਮੇਰਾ ਕਿਹੜਾ ਕਾਕਾ ਹੈਗਾ ਵੱਡਾ ਬੇਟਾ ਅਨੀਲ, ਉਹ
ਕੇਪ ਬ੍ਰੈਟਨ ਨੂੰ ਗਿਆ, ਉਹ ਟਰੈਕ ਐਂਡ ਫੀਲਡ ਐਥਲੀਟ ਆ, ਉਹ ਡੈਕੈਥਲਨ ਦੇ ਵਿੱਚ ਹੈਗਾ, ਉਹ ਕੈਨੇਡਾ ਦਾ ਚੈਂਪੀਅਨ ਸੀ 2019 ਦੇ ਵਿੱਚ, ਹੁਣ ਯੂਨੀਵਰਸਿਟੀ ਚਲ ਗਿਆ। ਐਂਡ ਅਸੀਂ ਕੇਪ ਬ੍ਰੈਟਨ ਗਏ, ਕਿਹੜਾ ਮੋਸਟ ਪੀਪਲ ਨੂੰ ਪਤਾ ਵੀ ਨਹੀਂ ਹੋਗਾ ਕੇਪ ਬ੍ਰੈਟਨ ਕਿੱਥੇ ਹੈਗਾ। ਕੇਪ ਬ੍ਰੈਟਨ ਹੈਗਾ ਨੋਵਾ ਸਕੋਸ਼ੀਆ ਦੇ ਵਿੱਚ। ਅਸੀਂ ਉੱਥੇ ਗਏ, ਨਾਲੇ ਇੱਕ ਰਿਮੋਟ ਜੀ ਕਹਿ ਲਓ ਆਊਟ ਆਫ ਦ ਵੇ ਆਈਸੋਲੇਟਡ ਯੂਨੀਵਰਸਿਟੀ ਸੀ ਕੇਪ ਬ੍ਰੈਟਨ ਯੂਨੀਵਰਸਿਟੀ, ਕਿੱਥੇ ਉਹਨਾਂ ਨੇ ਟੂਰਨਾਮੈਂਟ ਹੋਲਡ ਕੀਤਾ ਸੀ 2019 ਲੀਜਨਸ ਦਾ। ਲੀਜਨਸ ਹੈਗੇ ਕਿਹੜੀ ਸਾਡੀ ਮਿਲਟਰੀ ਹੈਗੀ, ਉਹ ਸਪਾਂਸਰ ਕਰਦੀ ਹੁੰਦੀ ਹੈ ਯੂਥ ਲਈ। ਨਾਲੇ ਅਸੀਂ ਇੰਨੇ ਹੈਰਾਨ ਦੇ ਸਾਡੇ ਬੰਦੇ ਉੱਥੇ ਵੀ ਪਹੁੰਚੇ ਹੈਗੇ ਆ, ਦੈਟ ਉਹ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਹੈਗੇ ਆ, ਨਾਲੇ ਸਾਡੇ ਸਟੂਡੈਂਟ ਉੱਥੇ ਬਹੁਤ ਆ ਗਏ ਹੈਗੇ ਆ। ਸੋ ਮੈਂ ਬਹੁਤ ਹੈਪੀ ਸੀ, ਮੈਂ ਬਹੁਤ ਪ੍ਰਾਊਡ ਸੀ ਦੈਟ ਅਸੀਂ ਇੱਥੇ ਵੀ ਪਹੁੰਚ ਕੇ ਹੈਗੇ ਆ। ਇਸ ਪਾਪੂਲੇਸ਼ਨ ਗਰੋਥ ਦੇ ਨਾਲ ਇਹ ਕਿਹੜੀ ਹੈਗੀ ਹੈ, ਸਾਡੇ ਪ੍ਰੋਡਕਟ ਦੀ ਡਿਮਾਂਡ ਬਹੁਤ ਵੱਧ ਗਈ ਹੈਗੀ ਆ। ਐਂਡ ਉਹ ਕਿਹੜਾ ਨਾਂ ਹੈਗਾ ਹੀਰੋ ਆਟਾ, ਉਹ ਉਹਨਾਂ ਦੇ ਹੁਣ ਕੰਨਾਂ ਦੇ ਵਿੱਚ ਵੜ ਗਿਆ ਹੈਗਾ, ਦਿਮਾਗਾਂ ਦੇ ਵਿੱਚ ਵੜ ਗਿਆ ਹੈਗਾ, ਐਂਡ ਦਿਲਾਂ ਦੇ ਵਿੱਚ ਵੜ ਗਿਆ ਹੈਗਾ। ਐਂਡ ਸੋ ਇਸ ਕਰਕੇ ਆਈ ਫੀਲ ਇਹਦੀ ਪੋਪੂਲੈਰਿਟੀ ਤਾਂ ਵੱਧਦੀ ਹੈਗੀ ਹੈ, ਵੱਧਦੀ ਜਾਣੀ ਹੈ ਜੀ। ਹੀਰੋ ਦੀ ਪਪੂਲੈਰਿਟੀ ਤਾਂ ਅਸੀਂ ਦੇਖ ਰਹੇ ਹਾਂ, ਬਟ ਆਟੇ ਤਾਂ ਹੋਰ ਵੀ ਹੈਗੇ ਨੇ ਮਾਰਕੀਟ ਵਿੱਚ, ਪਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਹੀਰੋ ਆਟਾ ਡਿਫਰੈਂਟ ਕਿਉਂ ਹੈ? ਕੀ ਤੁਸੀਂ ਕੋਈ ਖਾਸ ਤਰ੍ਹਾਂ ਦੀ ਵੀਟ ਯੂਜ਼ ਕਰਦੇ ਹੋ, ਜਾਂ ਫਿਰ ਉਹਦਾ ਕੋਈ ਪ੍ਰੋਸੈਸਿੰਗ ਜਿਹੜਾ ਪ੍ਰੋਸੈਸ ਹੈਗਾ ਉਹ ਡਿਫਰੈਂਟ ਹੈਗਾ? ਇੱਕ ਤਾਂ ਇਹ ਆਟਾ ਇਹਨੇ ਕਿਹੜੇ ਸਾਰੇ ਪ੍ਰੋਡਕਟਸ ਜਿਹੜੇ ਹੈਗੇ ਆ ਇਹ ਅਲੱਗ ਹੈਗੇ ਆ, ਬਿਕਾਜ਼ ਅਸੀਂ ਅਲੱਗ ਹੈਗੇ ਆ। ਓਕੇ, ਅਸੀਂ ਕਿਸੇ ਦੀ ਕਾਪੀ ਨਹੀਂ ਕਰਦੇ, ਅਸੀਂ ਨਾ ਕਦੀ ਕੀਤੀ ਨਾ ਕਰੋਗੇ। ਸਾਡੇ ਬਾਪਾਂ ਨੇ ਇਹ ਸਮਝਾਇਆ ਸੀ ਪਹਿਲਾਂ ਤੋਂ ਕਿ ਤੁਸੀਂ ਆਪਣਾ ਰਸਤਾ ਆਪ ਬਣਾਵੋ, ਤੁਹਾਨੂੰ ਹੋਰ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈਗੀ। ਤੁਸੀਂ ਆਪਣੀ ਸੋਚ ਆਪਣੀ ਮੱਤ ਵਰਤੋ ਅਤੇ ਤੁਸੀਂ ਰਸਤਾ ਆਪਣੇ ਲਈ ਲੱਭੋ। ਅਸੀਂ ਹਮੇਸ਼ਾ ਇਸ ਕੰਪਨੀ ਦੇ ਇਹਦੀ ਕਿਹੜੀ ਫਿਲਾਸਫੀ ਹੈਗੀ ਹੈ, ਅਸੀਂ ਹਮੇਸ਼ਾ ਕਹਿੰਦੇ ਹੈਗੇ ਹਾਂ ਕਿ ਕੋਈ ਤੁਸੀਂ ਚੀਜ਼ ਨਵੀਂ ਕੱਢੋ, ਅਲੱਗ ਕੱਢੋ, ਤੁਸੀਂ ਆਪਣਾ ਉਹ ਨਿਸ਼ਾਨ ਬਣਾਵੋ। ਸੋ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ that ਸਾਡੀ ਫੈਮਿਲੀ ਕਿਹੜੀ ਸੀ, ਪਹਿਲਾਂ 1906 ਦੇ ਵਿੱਚ ਆਈ ਸੀ। ਸੋ ਤੁਸੀਂ ਹੁਣ ਸੋਚੋ ਤਾਂ 100 ਸਾਲ ਤੋਂ ਉੱਪਰ ਹੋ ਗਿਆ ਹੈਗਾ that ਅਸੀਂ ਇੱਥੇ ਹੈਗੇ ਇਸ ਕੰਟਰੀ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ। ਸਾਡੇ ਮੇਰੇ ਦਾਦਾ ਜੀ ਸੀ, ਉਹਨਾਂ ਦੀ ਫੈਮਿਲੀ ਆਈ ਕੈਨੇਡਾ। ਕਿਹੜੇ ਮੇਰੇ ਦਾਦਾ ਜੀ ਦਾ ਕਿਹੜਾ ਬ੍ਰਦਰ ਸੀ, ਉਹਨਾਂ ਦੀ ਫੈਮਿਲੀ ਸਾਰੀ ਆਈ ਅਮਰੀਕਾ ਦੇ ਵਿੱਚ। ਸੋ ਮੇਰਾ ਪੁਆਇੰਟ ਹੈਗਾ that ਅਸੀਂ ਇੱਥੇ ਇਮੀਗ੍ਰੇਸ਼ਨ ਦੇ ਵਿੱਚ ਇੱਥੇ ਨਵੀਂ ਕੰਟਰੀ ਲੱਭਣ ਨੂੰ ਅਸੀਂ ਲੀਡਰ ਸੀ, ਅਸੀਂ ਪਹਿਲਾਂ ਆਏ ਸੀ ਇੱਥੇ। ਇਸੀ ਸੋਚ ਦੇ ਨਾਲ ਅਸੀਂ ਕਿਹਾ ਕਿ ਅਸੀਂ ਕਿਹੜੀ ਵੀ ਹੁਣ ਕੰਮ ਕਰਨਾ ਹੈਗਾ, ਕਿਹੜੀ ਵੀ ਕੋਈ ਬਿਜ਼ਨਸ ਕਰਨੀ ਹੈਗੀ ਹੈ, ਕਿਹੜਾ ਵੀ ਅਸੀਂ ਪ੍ਰੋਡਕਟ ਕੱਢਣਾ ਹੈਗਾ, ਉਹ ਨਵਾਂ ਹੋਵੇ ਨਾ ਉਹ ਅਲੱਗ ਹੋਵੇ। ਓਕੇ, ਸੋ ਮੈਂ ਤੁਹਾਨੂੰ ਐਗਜ਼ਾਮਪਲ 3 ਦਿੰਦਾ। ਇੱਕ ਦਾ ਹੈਗਾ ਸਾਡਾ ਕਿਹੜਾ ਹੈਗਾ ਗਲੂਟਨ ਫ੍ਰੀ ਆਟਾ। ਸਾਰੇ ਨਾਰਥ ਅਮਰੀਕਾ ਦੇ ਵਿੱਚ ਗਲੂਟਨ ਫ੍ਰੀ ਆਟਾ ਸਾਡਾ ਹੀ ਹੈਗਾ, ਹੋਰ ਕੋਈ ਬਣਾਉਂਦਾ ਨਹੀਂ ਹੈਗਾ। ਇੰਡੀਆ ਤੋਂ ਇੱਕ ਆਉਂਦਾ ਹੈਗਾ, ਪਰ ਉਹ ਕਦੀ ਆ ਜਾਂਦਾ ਕਦੀ ਚਲ ਜਾਂਦਾ। ਬਟ ਕਿਹੜੀ ਕੁਆਲਿਟੀ ਦੇ ਨਾਲ, ਕਿਹੜੇ ਸਟੈਂਡਰਡ ਦੇ ਨਾਲ, ਕਿਹੜੀ ਕੰਸਿਸਟੈਂਸੀ ਦੇ ਨਾਲ ਸਾਡਾ ਗਲੂਟਨ ਫ੍ਰੀ ਆਟਾ ਇੱਥੇ ਹੈਗਾ ਨਾਰਥ ਅਮਰੀਕਾ ਵਿੱਚ, ਹੋਰ ਕੋਈ ਤੁਸੀਂ ਕੰਪੇਅਰ ਹੀ ਨਹੀਂ ਕਰ ਸਕਦੇ। ਇਹ ਮੈਂ ਨਹੀਂ ਕਹਿੰਦਾ, ਸਾਡੇ ਕਸਟਮਰ ਕਹਿੰਦੇ ਹੈਗੇ ਆ। ਓਕੇ, ਦੂਸਰਾ ਪ੍ਰੋਡਕਟ ਮੈਂ ਕਹਿੰਦਾ ਹੈਗਾ ਕਿ ਸਾਡਾ ਡਾਇਬੈਟਿਕ ਫਰੈਂਡਲੀ ਮਲਟੀਗ੍ਰੇਨ ਆਟਾ ਹੈਗਾ। ਹੋਰ ਕੋਈ ਸਾਰੀ ਦੁਨੀਆ ਦੇ ਵਿੱਚ ਕਿਸੇ ਨੇ ਬਣਾਇਆ ਨਹੀਂ ਹੈਗਾ ਇਹ ਆਟਾ। ਇਹ ਆਟਾ ਬਹੁਤ ਇੰਪੋਰਟੈਂਟ ਹੈਗਾ। ਇਹ ਆਟਾ ਇਕੱਲਾ ਬਿਜ਼ਨਸ ਨਹੀਂ ਹੈਗੀ ਹੈ, ਬਿਜ਼ਨਸ ਦੀ ਗੱਲ ਨਹੀਂ ਇਕੱਲੀ ਹੈਗੀ, ਇਹ ਹੈਗੀ ਹੈ ਤੇ ਇਹ ਪ੍ਰੋਡਕਟ ਜਿਹੜਾ ਹੈਗਾ ਇਹ ਕਮਿਊਨਿਟੀ ਦੇ ਗੁੱਡਵਿਲ ਵੀ ਹੈਗਾ। ਕਿਹੜੀ ਕਮਿਊਨਿਟੀ ਦੇ ਵਿੱਚ ਇਸ਼ੂ ਹੈਗਾ ਡਾਇਬੀਟੀਜ਼ ਦਾ, ਉਹ ਅਸੀਂ ਐਡਰੈਸ ਕਰਦੇ ਹਾਂ ਸਾਡੇ ਪ੍ਰੋਡਕਟ ਦੇ ਨਾਲ। ਸੋ ਇਹ ਪ੍ਰੋਡਕਟ ਨਵਾਂ, ਅਲੱਗ, ਯੂਨੀਕ ਹੈਗਾ, ਹੋਰ ਕਿਸੇ ਨੇ ਕਾਪੀ ਨਹੀਂ ਕੀਤਾ, ਨਾ ਕਰ ਸਕਦੇ ਆ। ਸਾਡਾ ਥਰਡ ਕਿਹੜਾ ਪ੍ਰੋਡਕਟ ਹੁਣ ਅਸੀਂ ਕਿਹੜਾ ਕੱਢਿਆ ਹੈਗਾ ਇਹ ਹੀਰੋ ਆਟਾ, ਕਿਹੜਾ ਐਵਰੀਡੇ ਯੂਜ਼ ਦਾ ਆਟਾ ਹੈਗਾ। ਹੁਣ ਇਹ ਕਾਹਦੇ ਸਪੈਸ਼ਲ ਹੈਗਾ? ਇਹ ਸਪੈਸ਼ਲ ਹੈਗਾ ਬਿਕਾਜ਼ ਇਹ ਕੈਨੇਡਾ ਦੇ ਵਿੱਚ ਬਣਦਾ, ਕੈਨੇਡਾ ਦੀ ਕਣਕ ਦਾ ਬਣਦਾ ਹੈਗਾ। ਇਹਦੀ ਪ੍ਰੋਡਕਸ਼ਨ ਸਾਰੀ ਲੋਕਲ ਹੈਗੀ ਆ। ਇਹਦੇ ਵਿੱਚ ਅਸੀਂ ਬਹੁਤ ਪ੍ਰਾਊਡ ਹੈਗੇ ਹਾਂ that ਅਸੀਂ ਕਹਿ ਦਿਓ ਮੇਬੀ 1-2 ਹੋਰ ਪ੍ਰੋਡਿਊਸਰ ਹੋਣਗੇ ਕਿਹੜੇ ਇਸ ਕੰਟਰੀ ਦੇ ਵਿੱਚ ਇਹ ਆਟਾ ਬਣਾਉਂਦੇ ਹੈਗੇ ਆ। ਸੋ ਅਸੀਂ ਵੈਰੀ ਫੋਰਚੂਨੇਟ that ਅਸੀਂ ਯੂਨੀਕ
ਗਰੁੱਪ ਦੇ ਵਿੱਚ ਹੈਗੇ ਆ ਬਟ ਮੈਂ ਹਮੇਸ਼ਾ ਕਹਿੰਦਾ ਹੈਗਾ ਕਿ ਤੁਸੀਂ ਆਲ ਦ ਟਾਈਮ ਆਪਣਾ ਰਸਤਾ ਲੱਭੋ, ਆਪਣੀ ਯੂਨੀਕਨੈਸ ਦਿਖਾਵੋ, ਤੁਹਾਨੂੰ ਹੋਰ ਕਿਸੇ ਦੀ ਕਾਪੀ ਕਰਨ ਦੀ ਲੋੜ ਹੀ ਨਹੀਂ ਹੈਗੀ। ਸੋ ਮਿਲਸਟ੍ਰੀਮ ਫੂਡਸ ਦੇ ਪ੍ਰੈਜ਼ੀਡੈਂਟ ਤੇ CEO ਜੈਕ ਗਿਲਨ ਨਾਲ ਸਾਡੀ ਇਹ ਗੱਲਬਾਤ ਰਹੇਗੀ ਜਾਰੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਡਾਇਬੀਟੀਜ਼ ਦਾ, ਖਾਸ ਤੌਰ ਤੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਸਾਊਥ ਏਸ਼ੀਅਨਸ ਵਿੱਚ ਡਾਇਬੀਟੀਜ਼ ਹੁਣ ਜਿਹੜੀ ਹੈਗੀ ਹੈ ਦਿਨ ਬ ਦਿਨ ਅਸੀਂ ਦੇਖ ਰਹੇ ਹਾਂ ਕਿ ਵੱਧਦੀ ਜਾ ਰਹੀ ਹੈ, ਤਾਂ ਬਹੁਤ ਬੈਨੀਫੀਸ਼ੀਅਲ ਹੈਗਾ ਉਹਨਾਂ ਲਈ ਇਹ ਖਾਸ ਤੌਰ ਤੇ ਡਾਇਬੀਟੀਜ਼ ਆਟਾ ਜਿਹੜਾ ਤੁਸੀਂ ਲਾਂਚ ਕੀਤਾ। ਹੁਣ ਨਵੇਂ ਸਾਲ ਦੇ ਵਿੱਚ ਅਸੀਂ ਪਹਿਲੀ ਵਾਰ ਤੁਹਾਡਾ ਇੰਟਰਵਿਊ ਕਰ ਰਹੇ ਹਾਂ। ਨਵੇਂ ਸਾਲ ਦੇ ਵਿੱਚ, ਨਿਊ ਈਅਰ ਦੇ ਵਿੱਚ ਹੀਰੋ ਆਟਾ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਦਾ ਕੀ ਰੈਜ਼ੋਲੂਸ਼ਨ ਹੈ? ਉਹਨਾਂ ਦਾ ਰੈਜ਼ੋਲੂਸ਼ਨ ਹੈਗਾ that ਉਹਦਾ ਦਾ ਇਹਨਾਂ ਦੇ ਕੰਪਨੀ ਦਾ ਰੈਜ਼ੋਲੂਸ਼ਨ ਕਿਹੜਾ ਹੈਗਾ, ਅਸੀਂ ਸੇਮ ਪੇਜ ਤੇ ਹਾਂ। ਸਾਡੇ ਪੀਪਲ ਕਿਹੜੇ ਹੈਗੇ ਆ, ਸਾਡਾ ਉਹਨਾਂ ਨੇ ਕਲਚਰ ਅਡਾਪਟ ਕੀਤਾ ਹੈਗਾ ਐਂਡ ਕਲਚਰ ਸਾਡਾ ਬਹੁਤ ਸਿੰਪਲ ਹੈਗਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਓਕੇ, ਕਿਹੜਾ ਪਾਣੀ ਹੁੰਦਾ ਦਰਿਆ ਦੇ ਵਿੱਚ, ਉਹ ਦਰਿਆ ਦੇ ਵਿੱਚ ਪਾਣੀ ਕਿਹੜਾ ਹੁੰਦਾ, ਉਹ ਦਰਿਆ ਆਪਣਾ ਉਹ ਪਾਣੀ ਨਹੀਂ ਪੀਂਦਾ ਪਰ ਉਹ ਪਾਣੀ ਦਿੰਦਾ। ਓਕੇ, ਕਈ ਧੁੱਪ ਹੈਗੀ ਆ, ਉਹ ਤੋਂ ਸਾਨੂੰ ਲਾਈਟ ਮਿਲਦੀ ਆ, ਉਹ ਤੋਂ ਸਾਨੂੰ ਹੀਟ ਮਿਲਦੀ ਆ, ਵਾਰਮਥ ਮਿਲਦਾ ਹੈਗਾ, but the sun is not doing it for itself, is doing it to give to others। ਸਾਡੀ ਬੇਸਿਕ ਫਿਲਾਸਫੀ ਹੈਗੀ ਆ ਕਿ ਤੁਸੀਂ ਹਮੇਸ਼ਾ ਇਹ ਸੋਚੋ ਕਿ ਅਸੀਂ ਨੈਕਸਟ ਬੰਦਾ ਕਿਹੜਾ ਹੈਗਾ ਨਾ ਕਿਹੜਾ ਖੜਾ ਹੈਗਾ, ਅਸੀਂ ਉਹਦੇ ਲਈ ਕੀ ਕਰ ਸਕਦੇ ਹੈਗੇ, ਓਕੇ, ਅਸੀਂ ਕੀ ਕਮਿਊਨਿਟੀ ਦੀ ਸੇਵਾ ਕਰ ਸਕਦੇ ਹੈਗੇ ਆ। ਤੁਸੀਂ ਜਾਂ ਆਪਣੇ ਦੇ ਜੀਂਦੇ ਹੈਗੇ ਆ, ਠੀਕ ਆ, ਦੈਟਸ ਫਾਈਨ, ਬਟ ਜਦ ਤੁਸੀਂ ਦੂਸਰੇ ਬੰਦੇ ਲਈ ਵੀ ਜੀਂਦੇ ਹੈਗੇ ਆ, ਤੁਸੀਂ ਦੂਸਰੇ ਬੰਦੇ ਦਾ ਵੀ ਭਲਾ ਸੋਚਦੇ ਹੈਗੇ ਆ, your life is much more rewarding। ਉਹਦੇ ਵਿੱਚ ਉਸ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਮਿਲਦਾ ਕਿਲੇ ਦੂਸਰੇ ਬੰਦੇ ਕਹਿੰਦੇ ਸਾਡੀ ਖੁਸ਼ੀ ਮਿਲਦੀ ਹੈਗੀ ਆ ਉਸ ਬੰਦੇ ਤੋਂ। ਹੁਣ ਮੈਂ ਤੁਹਾਨੂੰ ਰੁਪਿੰਦਰ ਜੀ ਐਵਰੀ ਟਾਈਮ ਮਿਲਦਾ ਹੈਗਾ, ਤੁਹਾਤੋਂ ਵਾਰਮਥ ਐਂਡ ਤੁਹਾਤੋਂ ਫੀਲਿੰਗ ਵਾਈਬ੍ਰੇਸ਼ਨ ਹੀ ਆਉਂਦੇ ਹੈਗੇ ਆ ਆਫ ਪੋਜ਼ਿਟਿਵਿਟੀ। ਮੈਂ ਐਵਰੀ ਟਾਈਮ ਤੁਸੀਂ ਕਹਿੰਦੇ ਮੈਨੂੰ ਬੁਲਾਉਂਦੇ ਹੈਗੇ ਆ, ਮੈਂ ਬਹੁਤ ਇੱਕ ਖੁਸ਼ ਹੁੰਦਾ ਤੇ ਮੈਂ ਤੁਹਾਡੇ ਦਰਸ਼ਨ ਹੁੰਦੇ ਆ। ਦਿਸ ਇਜ਼ ਵੀ ਲਿਵ ਫॉर ਅਦਰ ਪੀਪਲ ਐਂਡ ਸਾਡੀ ਕੰਪਨੀ ਕਿਹੜੀ ਹੈਗੀ ਆ, ਦਿਸ ਇਜ਼ ਆਵਰ ਫਿਲਾਸਫੀ that we are working here for other people। ਦੂਸਰੀਆਂ ਚੀਜ਼ਾਂ ਕਿਹੜੀਆਂ ਹੈਗੀਆਂ, ਕਹਿ ਦੋ ਪੈਸਾ ਹੈਗਾ ਜਾਂ ਕਹਿ ਦਵੋ ਫੇਮ ਹੈਗੀ ਆ, ਇਹ ਤੇ ਚੀਜ਼ਾਂ ਮਗਰੋਂ ਆਪਣਾ ਆਪ ਆ ਜਾਂਦੀਆਂ, ਰਾਈਟ, ਬਟ ਇਹ ਚੀਜ਼ਾਂ ਰਹਿੰਦੀਆਂ ਵੀ ਨੇ, ਇਹਨਾਂ ਦੇ ਵਿੱਚ ਲਾਈਫ ਵੀ ਲਿਮਿਟਡ ਹੀ ਹੈਗੀ ਆ। ਪਰ ਕਿਹੜਾ ਤੁਸੀਂ ਦੂਸਰੇ ਬੰਦੇ ਨੂੰ ਦਿੰਦੇ ਹੈਗੇ ਆ, ਉਹ ਇਹਨੇ ਅਪਰੀਸ਼ੀਏਟ ਕਰਦੇ ਹੋ, ਦੇਖਦੇ ਹੈਗੇ ਤੇ ਇਹ ਬੰਦੇ ਨੇ ਸਾਡੀ ਸੇਵਾ ਕੀਤੀ, ਸਾਡਾ ਭਲਾ ਸੋਚਿਆ, ਉਹਦੀ ਤੁਸੀਂ ਕੋਈ ਉਸ ਚੀਜ਼ ਤੇ ਵੈਲਿਊ ਪਾ ਹੀ ਨਹੀਂ ਸਕਦੇ। ਜੀ ਜੀ, ਥੈਂਕ ਯੂ ਸੋ ਮਚ। ਪਰ ਜਿਵੇਂ ਤੁਸੀਂ ਪਹਿਲੇ ਜਿਹੜੀ ਪ੍ਰੋਡਕਟ ਰੇਂਜ ਦੀ ਗੱਲ ਕੀਤੀ, ਜਿਵੇਂ ਡਾਇਬੀਟੀਜ਼ ਦਾ ਆਟਾ ਹੈਗਾ ਜਾਂ ਗਲੂਟਨ ਫ੍ਰੀ ਹੈਗਾ, ਹੋਰ ਵੀ ਕੁਝ ਨਵੇਂ ਪ੍ਰੋਡਕਟਸ ਤੁਸੀਂ ਲਾਂਚ ਕੀਤੇ ਨੇ ਜਾਂ ਕਰਨ ਜਾ ਰਹੇ ਹੋ? ਅਸੀਂ ਹੋਰ ਪ੍ਰੋਡਕਟ ਲਾਂਚ ਕਰਨੇ ਹੈਗੇ ਆ, ਬਟ ਮੈਂ ਤੁਹਾਨੂੰ ਹੁਣ ਦੱਸ ਸਕੇ ਆਲਰੇਡੀ ਲਾਂਚ ਹੋ ਗਏ ਆ। ਇੱਕ ਤਾਂ ਅਸੀਂ ਦਲੀਆ ਹੀਰੋ ਦੇ ਨਾਂ ਦੇ ਅੰਦਰ ਕੱਢਿਆ ਹੈਗਾ, ਸੂਜੀ, ਕਾਲਾ ਚਨਾ, ਬੇਸਨ, ਮੱਕੀ, ਭਟੂਰਾ ਆਟਾ, ਮੈਦਾ, ਇਹ 7 or 8 ਆਈਟਮਸ ਹੈਗੀਆਂ ਕਿਹੜੀਆਂ ਸਾਡੀ ਕਮਿਊਨਿਟੀ ਦੀ ਡਿਮਾਂਡ ਬਹੁਤ ਹੈਗੀ ਹੈ ਐਂਡ ਉਹਨਾਂ ਨੂੰ ਚਾਹੀਦੀ ਹੈਗੀ ਹੈ ਇਹ ਸਪਲਾਈ, ਐਂਡ ਉਹ ਮੰਗਦੇ ਲੋਕਲ ਹੋਵੇ। ਇਹ ਸਾਰੀਆਂ ਪ੍ਰੋਡਕਟਸ ਕਿਹੜੇ ਹੈਗੇ, ਸਾਰੇ ਇੰਗਰੀਡੀਐਂਟਸ ਕਿਹੜੇ ਹੈਗੇ ਆ, ਲੋਕਲ, ਕੈਨੇਡੀਅਨ ਜਾਂ ਅਮਰੀਕਨ ਹੈਗੇ ਆ, ਪ੍ਰੋਡਕਸ਼ਨ ਇਹਦੀ ਸਾਰੀ ਲੋਕਲ ਹੈਗੀ ਆ। ਐਂਡ ਲੋਕ ਸਾਨੂੰ ਕਹਿੰਦੇ ਹੈਗੇ ਤੇ ਅਸੀਂ ਕੈਨੇਡਾ ਆਏ ਕਾਹਤੇ, ਅਮਰੀਕਾ ਆਏ ਕਾਹਤੇ, ਅਸੀਂ ਤਾਂ ਆਏ ਇੱਥੇ ਬੈਟਰ ਲਾਈਫ, ਇੱਥੇ ਲਾਈਫ ਦੀ ਵੈਲਿਊ ਹੈਗੀ ਆ ਐਂਡ ਵੀ ਲੁਕਿੰਗ ਫॉर ਅ ਬੈਟਰ ਲਾਈਫ। ਸੋ ਉਹ ਕਿਹੜੇ ਸਾਡੇ ਪ੍ਰੋਡਕਟਸ ਕਿਹੜੇ ਇਸ ਕੰਟਰੀ ਦੇ ਬਣਦੇ ਹੈਗੇ ਆ, ਉਹ ਵੀ ਇਸ ਕੰਟਰੀ ਦੇ ਸਟੈਂਡਰਡਸ ਦੇ ਮੁਤਾਬਕ ਨਾਲ ਬਣਦੇ ਹੈਗੇ ਆ। ਐਂਡ ਸੋ ਇਸ ਸੋਚ ਦੇ ਨਾਲ ਅਸੀਂ ਹੋਰ ਪ੍ਰੋਡਕਟਸ ਕੱਢਣੇ ਹੈਗੇ ਆ,
but right now ਕਿਹੜੇ ਮੈਂ ਤੁਹਾਨੂੰ ਸਮਝਾ ਦਿੱਤੇ ਹੈਗੇ ਆ ਇਹ ਪ੍ਰੋਡਕਟਸ right now ਅਸੀਂ ਅੰਡਰ ਹੀਰੋ ਲਾਂਚ ਕੀਤੇ ਹੈਗੇ ਆ। ਜੀ ਹੀਰੋ ਪ੍ਰੋਡਕਟਸ ਜਿਹੜੇ ਹੈਗੇ ਆ ਵੈਂਕੂਵਰ ਤੇ ਟੋਰਾਂਟੋ ਦੀ ਮਾਰਕੀਟ ਵਿੱਚ ਤਾਂ ਅਸੀਂ ਦੇਖੇ ਹੀ ਹੈ, ਪਰ ਹੋਰ ਮਾਰਕੀਟਸ ਦੀ ਗੱਲ ਕਰੀਏ ਤਾਂ ਆਰ ਥੀਸ ਅਵੇਲੇਬਲ ਪੈਨ ਕੈਨੇਡਾ ਜਾਂ ਫਿਰ ਜਿੱਥੇ ਅਵੇਲੇਬਲ ਨਹੀਂ ਹੈਗੇ ਉਹ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦੇ ਆ? ਸਾਡੇ ਪ੍ਰੋਡਕਟਸ ਕਿਹੜੇ ਕਿ ਪੈਨ ਕੈਨੇਡਾ ਅਵੇਲੇਬਲ ਹੈਗੇ ਆ, ਕਿਹੜੇ ਹੈਗੇ ਆ ਵੱਡੇ ਕਮਿਊਨਿਟੀਜ਼ ਵੱਡੇ ਸੈਂਟਰਸ ਹੈਗੇ ਆ ਉੱਥੇ ਤੇ ਸਾਡੇ ਮੈਨੀ ਰੀਟੇਲ ਸਟੋਰਸ ਕੈਰੀ ਕਰਦੇ ਹੈਗੇ, ਵੈਦਰ ਜੋ ਰੀਟੇਲ ਸਟੋਰਸ ਹੋਣਗੀਆਂ ਮੇਨ ਸਟ੍ਰੀਮ ਵੱਡੀਆਂ ਸਟੋਰਾਂ ਲਾਈਕ ਸੇਵਾ ਫੂਡਸ, ਸੋਬੀਜ਼, ਨੋ ਫ੍ਰਿਲਸ, but many stores ਕਿਹੜੀਆਂ ਹੈਗੀਆਂ ਲੋਕਲ ਕਿਹੜੀਆਂ ਹੈਗੀਆਂ ਆਪਣੇ ਬਿਜ਼ਨਸਮੈਨਾਂ ਦੀਆਂ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੀਆਂ they carry our products too। ਫਰੂਟੀ ਕੈਨਾ ਹੈਗਾ, ਏਸ਼ੀਅਨ ਫੂਡ ਸੈਂਟਰ ਹੈਗਾ, ਸਬਜ਼ੀ ਮੰਡੀ ਹੈਗੀ ਆ, ਸਬਜ਼ੀ ਮੰਡੀ ਵੈਂਕੂਵਰ ਦੇ ਵਿੱਚ ਸਬਜ਼ੀ ਮੰਡੀ ਟੋਰਾਂਟੋ ਵੀ ਹੈਗੇ ਆ, ਸੋ they all carry it। ਬਾਕੀ ਸਾਡੀ ਡਿਮਾਂਡ also ਬਹੁਤ ਆਉਣ ਲੱਗ ਪਈ ਹੈਗੀ ਹੈ ਕਿਹੜੇ ਛੋਟੀਆਂ ਛੋਟੀਆਂ ਕਮਿਊਨਿਟੀਜ਼ ਹੈਗੀਆਂ ਅਸੀਂ ਹੁਣ ਸਿਸਟਮ ਕ੍ਰੀਏਟ ਕਰਦੇ ਹੈਗੇ ਆ that ਉਹ ਵੀ through online purchasing or through ਕਿਹੜੇ ਹੈਗੇ ਆ online retailers ਉਹਨਾਂ through ਵੀ ਸਾਡਾ ਪ੍ਰੋਡਕਟ ਮਿਲ ਜਾਵੇ। ਕਿਹੜੀਆਂ ਛੋਟੇ ਛੋਟੇ ਸ਼ਹਿਰ ਕਿਹੜੇ ਹੈਗੇ ਆ ਇਸ ਕੰਟਰੀ ਦੇ ਵਿੱਚ ਐਂਡ ਅਮਰੀਕਾ ਦੇ ਵਿੱਚ ਕਿੱਥੇ ਸਾਡੇ ਪ੍ਰੋਡਕਟਸ ਰੀਟੇਲ ਸਟੋਰ ਦੇ ਵਿੱਚ ਨਹੀਂ ਹੈਗੇ ਅਸੀਂ ਉਹਨਾਂ ਨੂੰ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ through online buying। ਜੀ ਜਿਵੇਂ ਤੁਸੀਂ ਪਹਿਲਾਂ ਕਮਿਊਨਿਟੀ ਗਿਵ ਬੈਕ ਦੀ ਗੱਲ ਕੀਤੀ ਤਾਂ ਇਹ ਜਾਣਨਾ ਚਾਹਾਂਗੇ ਕਿ ਕਿਹੜੀ ਵੈਲਫੇਅਰ ਆਰਗੇਨਾਈਜੇਸ਼ਨਸ ਹੈਗੀਆਂ ਜਿਨ੍ਹਾਂ ਦੇ ਨਾਲ ਤੁਹਾਡੀ ਐਸੋਸੀਏਸ਼ਨ ਹੈ? So regular basis ਅਸੀਂ ਤਾਂ all the time ਇੱਥੇ locally ਕਿਹੜੀ ਵੀ religious organizations ਹੈਗੀਆਂ ਮਸਜਿਦ ਹੋਵੇ ਜਾਂ ਸਾਡਾ ਗੁਰਦੁਆਰਾ ਹੋਵੇ ਜਾਂ ਟੈਂਪਲ ਹੋਵੇ ਮੰਦਿਰ ਹੋਵੇ ਅਸੀਂ ਹਮੇਸ਼ਾ ਕਿਲੀ ਵੀ ਉਹ ਕੋਈ ਫੰਡ ਰੇਜ਼ਿੰਗ ਕਰਦੇ ਉਹ ਅਸੀਂ ਉੱਥੇ ਡੋਨੇਟ ਕਰਦੇ ਅਸੀਂ ਉਹਨੂੰ ਸਪੋਰਟ ਕਰਦੇ ਹੈਗੇ they just need to call us and we are there। ਬਾਕੀ ਓਫੀਸ਼ੀਅਲੀ ਕਹਿ ਦੋ ਪੈਨ ਕੈਨੇਡਾ ਵਾਈਜ਼ ਸਾਡੀ ਕਿਹੜੀ ਐਸੋਸੀਏਸ਼ਨਸ ਹੈਗੀਆਂ ਟੂ ਮੇਨ ਐਸੋਸੀਏਸ਼ਨਸ ਹੈਗੀਆਂ ਕਿਹਨਾਂ ਦੇ ਵਿੱਚ ਸਾਡਾ ਪਾਰਟਨਰਸ਼ਿਪ ਹੈਗੀ ਆ, ਇੱਕ ਤਾਂ ਡਾਇਬੀਟੀਜ਼ ਕੈਨੇਡਾ ਐਸੋਸੀਏਸ਼ਨ ਦੇ ਨਾਲ ਹੈਗੀ ਆ ਐਂਡ ਬਾਕੀ ਸੈਕੰਡ ਵਨ ਹੈਗੀ ਸਾਡੀ ਬ੍ਰੈਕਫਾਸਟ ਕਲੱਬ ਆਫ ਕੈਨੇਡਾ। ਬ੍ਰੈਕਫਾਸਟ ਕਲੱਬ ਆਫ ਕੈਨੇਡਾ ਕਿਹੜਾ ਹੈਗਾ ਉਹ ਕੋਸ਼ਿਸ਼ ਕਰਦੇ ਆ ਕਿ ਕਿੱਥੇ ਸਕੂਲ ਕੈਨੇਡਾ ਦੇ ਵਿੱਚ ਕਿੱਥੇ ਬੱਚੇ ਭੁੱਖੇ ਆਉਂਦੇ ਹੈਗੇ ਆ ਪੜ੍ਹਨ ਉਹਨਾਂ ਨੂੰ ਬ੍ਰੈਕਫਾਸਟ ਉਹ ਖਵਾਉਂਦੇ ਹੈਗੇ ਆ ਉਹਨੂੰ ਕਹਿ ਦਿਓ ਲੰਗਰ ਲੱਗਿਆ ਹੁੰਦਾ in the mornings ਯੂਰਪੀਅਨ ਸਟਾਈਲ ਬ੍ਰੈਕਫਾਸਟ ਹੁੰਦਾ ਉਹਦੇ ਵਿੱਚ ਅਸੀਂ ਆਪਣਾ ਮਟੀਰੀਅਲਸ ਵੀ ਡੋਨੇਟ ਕਰਦੇ ਆ ਬਾਕੀ ਸਾਡੇ ਬੰਦੇ ਵੀ ਆਪਣਾ ਟਾਈਮ ਵੀ ਡੋਨੇਟ ਕਰਦੇ ਹੈਗੇ ਉੱਤੇ ਵੋਲੰਟੀਅਰ ਵਰਕ ਕਰਦੇ ਹੈਗੇ ਆ। So that's Breakfast Club of Canada। ਬਾਕੀ Diabetes Association of Canada ਉਹ ਤਾਂ very popular ਹੈਗੀ very mashhur ਹੈਗੀ ਆ ਉਹਦਾ ਵੀ ਮੋਰ ਸਾਡੀ ਉਹਦਾ ਲੋਗੋ ਸਾਡੇ ਬੈਗ 'ਤੇ ਲੱਗਦਾ ਹੈਗਾ ਕਿ ਸਾਡੇ ਡਾਇਬੈਟਿਕ ਆਟਾ ਹੈਗਾ ਐਂਡ ਸੋ ਅਸੀਂ ਉਹਨਾਂ ਨਾਲ ਵੀ ਕਾਫੀ ਕਲੱਬ ਦੇ ਨਾਲ ਅਸੀਂ ਪਾਰਟਨਰਸ਼ਿਪ ਦੇ ਨਾਲ ਕੋਸ਼ਿਸ਼ ਕਰਦੇ ਹੁੰਦੇ ਆ ਤੇ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰੀਏ ਦੈਟ ਤੁਹਾਨੂੰ ਕਿਹੜੀ ਚੀਜ਼ ਵਧੀਆ ਹੈਗੀ ਖਾਣ ਨੂੰ ਕਿਹੜੀ ਚੀਜ਼ ਤੁਹਾਨੂੰ ਅਵੋਇਡ ਕਰਨੀ ਚਾਹੀਦੀ ਹੈ ਸੋ ਦੈਟ ਤੁਹਾਡੀ ਕਿਹੜੀ ਸ਼ੂਗਰ ਹੈਗੀ ਡਾਇਬੀਟੀਜ਼ ਹੈਗੀ ਇਹ ਕੰਟਰੋਲ ਦੇ ਵਿੱਚ ਰਵੇ। ਜੀ ਜੈਕ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਜਿਹੜੇ ਹੀਰੋ ਆਟਾ ਦੇ ਨਵੇਂ ਪ੍ਰੋਡਕਟਸ ਨੇ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਐਟ ਦ ਐਂਡ ਵੁੱਡ ਯੂ ਲਾਈਕ ਟੂ ਐਡ ਐਨੀਥਿੰਗ? Thank you again, much appreciated। I know that 2020 ਸਾਰਿਆਂ ਦੇ ਬਹੁਤ challenging year ਸੀ but challenging times ਦੇ ਵਿੱਚ ਵੀ ਸਾਡਾ character ਕਿਹੜਾ ਹੈਗਾ ਸਾਡੀ ਕਿਹੜੀ resolve ਹੈਗੀ ਹੈ ਸਾਡੀ ਸੋਚ ਕਿਹੜੀ ਹੈਗੀ ਆ ਇਹ challenge ਹੁੰਦਾ ਪ੍ਰਮਾਤਮਾ ਸਾਨੂੰ ਚੈਲੰਜ ਐਵਰੀ ਡੇ ਭੇਜਦੇ ਹੈਗੇ ਆ ਦਿਸ ਟਾਈਮ ਪ੍ਰਮਾਤਮਾ ਸਾਨੂੰ ਡੇਲੀ ਚੈਲੰਜ ਨੇ ਈਅਰਲੀ ਚੈਲੰਜ ਸੀ ਐਂਡ ਮੈਂ ਸਾਰੇ ਲਿਸਨਰਸ ਨੂੰ ਕਹਿੰਦਾ ਹੈਗਾ ਦੈਟ ਤੁਸੀਂ ਆਪਣੀ ਲਾਈਫ ਸਟਾਈਲ ਚੇਂਜ ਕੀਤੀ ਹੈਗੀ ਆ ਸਾਨੂੰ few more months ਹਾਲੇ ਹੈਗੇ ਆ ਹਾਲੇ ਵੀ ਸਾਨੂੰ ਕੇਅਰਫੁਲ ਹੋਣਾ ਚਾਹੀਦਾ ਸਾਰੇ ਪ੍ਰੋਟੋਕੋਲਸ ਕਿਹੜੇ ਹੈਗੇ ਫੋਲੋ ਕਰਨੇ ਚਾਹੀਦੇ ਹੈਗੇ ਆ ਬਾਕੀ ਕਿਹੜੀਆਂ ਵੈਕਸੀਨਸ ਕਿਹੜੀਆਂ ਹੈਗੀਆਂ ਉਹ ਹੁਣ ਪਹੁੰਚ ਗਈਆਂ ਹੈਗੀਆਂ ਕੋਈ ਸਾਡੀ ਪਾਪੂਲੇਸ਼ਨ ਨੂੰ ਅਸੀਂ ਹੋਪਫੁਲ ਹੈਗੇ ਬਾਈ ਦ ਐਂਡ ਆਫ ਦ ਈਅਰ ਸਾਨੂੰ ਮਿਲ ਪਾਊਗਾ ਵੈਕਸੀਨ ਐਂਡ ਇਹੀ ਮੈਂ ਕਹਿੰਦਾ ਹੈਗਾ ਦੈਟ ਤੁਹਾਡੇ ਕਿਹੜੇ ਐਕਸ਼ਨਸ ਕਿਹੜੇ ਹੈਗੇ ਆ ਪ੍ਰੀਕਾਸ਼ਨਸ ਕਿਹੜੇ ਤੁਸੀਂ ਲੈਂਦੇ ਹੈਗੇ ਆ ਇਹ ਵੀ ਤੁਸੀਂ ਇੱਦਾਂ ਸੋਚੋ ਦੈਟ ਅਸੀਂ
ਲੋਕਾਂ ਦਾ ਭਲਾ ਕੀ ਸੋਚਦੇ ਹੈਗੇ, ਕੀ ਅਸੀਂ ਉਹਨਾਂ ਦੀ ਵੈਲਫੇਅਰ ਦਾ ਕੀ ਸੋਚਦੇ ਹੈਗੇ। ਆਪਣੀ ਵੈਲਫੇਅਰ ਤਾਂ ਆਬਵੀਅਸ ਹੈਗੀ ਹੈ, ਪਰ ਕਿਹੜਾ ਤੁਹਾਡੇ ਨਾਲ ਬੰਦਾ ਖੜਾ ਹੈਗਾ, ਕਿਹੜਾ ਤੁਸੀਂ ਬੱਸਾਂ ਦੇ ਵਿੱਚ ਚੜ੍ਹਦੇ ਆ, ਜਾਂ ਤੁਸੀਂ ਗਰੋਸਰੀ ਦੇ ਵਿੱਚ ਸਟੋਰਾਂ ਦੇ ਵਿੱਚ ਫਿਰਦੇ ਹੈਗੇ ਆ, ਜਾਂ ਗੈਸ ਸਟੇਸ਼ਨ ਦੇ ਆਪਣੀ ਪੈਟਰੋਲ ਗੱਡੀ ਦੇ ਪੈਟਰੋਲ ਪਾਉਂਦੇ ਹੈਗੇ ਆ। ਯੂ ਸ਼ੁਡ ਫੋਲੋ ਥੀਸ ਰੂਲਸ। ਇਹ ਰੂਲਸ ਕਿਹੜੇ ਹੈਗੇ ਆ, ਦੇ ਮੈਂਟ ਟੂ ਪ੍ਰੋਟੈਕਟ ਅਸ ਐਂਡ ਪ੍ਰੋਟੈਕਟ ਦ ਪੀਪਲ ਅਰਾਊਂਡ ਅਸ। ਸੋ ਮੈਂ ਸਾਨੂੰ ਇਹ ਕਹਿਣਾ ਹੈਗਾ that ਨਵਾਂ ਸਾਲ ਆ ਗਿਆ ਹੈਗਾ, and I think this will be a wonderful year, and all the best to everyone. ਜੀ ਜੀ, ਥੈਂਕ ਯੂ ਸੋ ਮਚ ਐਂਡ ਸਟੇ ਸੇਫ। Thank you. You too. ਸੋ ਹੁਣ ਤੱਕ ਲਈ NRI ਵਰਡ ਵਿੱਚ ਬਸ ਇੰਨਾ ਹੀ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PDC ਦੇ ਨਾਲ।